ਮੇਜਰ ਬਲਦੇਵ ਸਿੰਘ ਘੁੰਮਣ ਮੇਰੇ ਪਿਤਾ ਜੀ, ਉਹਨਾਂ ਨੂੰ ਜੂਨ 23 1990 ਜਲੰਧਰ ਵਿਖੇ ਕੈਟਾਂ ਵੱਲੋਂ ਸ਼ਹੀਦ ਕੀਤਾ ਗਿਆ ਔਰ ਜੂਨ 2020 ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ 30 ਸਾਲ ਹੋ ਗਏ ਨੇ। ਔਰ ਮੈਨੂੰ ਮੈਂ ਜਦੋਂ ਵੀ ਪਿਤਾ ਜੀ ਨੂੰ ਯਾਦ ਕਰਦਾ ਤਾਂ ਮੈਨੂੰ ਹਮੇਸ਼ਾ ਉਹਨਾਂ ਦਾ ਹਸਮੁਖ ਚਿਹਰਾ ਔਰ ਉਹਨਾਂ ਦੀ ਬੜੀ એનર્ਜੀ ਔਰ ਉਹਨਾਂ ਦਾ ਇੱਕ ਰੋਬਦਾਰ ਜਿਹੜਾ ਕਰੈਕਟਰ ਹੈ ਉਹ ਸਾਹਮਣੇ ਆਉਂਦਾ ਹੈ। 1983 ਤੋਂ ਲੈ ਕੇ 1989 ਤੱਕ ਜੇ ਮੈਂ ਉਸ ਸਮੇਂ ਨੂੰ ਲੈ ਕੇ ਤੁਰਾਂ ਤਾਂ ਮੈਨੂੰ ਇਹੀ ਹਮੇਸ਼ਾ ਯਾਦ ਆਉਂਦਾ ਹੈ ਕਿ ਉਹ ਕਿਤੇ ਨਾ ਕਿਤੇ ਜਿਹੜੀ ਸਿੱਖ ਸਟਰਗਲ ਉਸ ਵਕਤ ਜੋ ਸਿੱਖਾਂ ਦੇ ਖਿਲਾਫ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਸੀ, ਉਹਨਾਂ ਦੇ ਵਿੱਚ ਉਹ ਦਿਨ ਰਾਤ ਉਹਦੇ ਵਿੱਚ ਤੁਰੇ ਰਹਿੰਦੇ ਸੀ, ਉਹਦੀ ਹੀ ਡਿਸਕਸ਼ਨ ਹੁੰਦੀ ਸੀ। ਔਰ ਐਸੇ ਬਹੁਤ ਦਿਨ ਯਾਦ ਨੇ ਮੈਨੂੰ ਜਿੱਥੇ ਕਿ ਉਹ ਸਾਰਾ ਦਿਨ ਔਰ ਕਈ ਵਾਰੀ ਅਗਲੇ ਦਿਨ ਉਹਨਾਂ ਨੇ ਵਾਪਸ ਆਉਣਾ, ਕਿਉਂਕਿ ਬਾਅਦ 'ਚ ਪਤਾ ਲੱਗਣਾ ਕਿ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਹੜੇ ਨਿਰਦੋਸ਼ ਸਿੱਖ ਬੱਚੇ ਜਿਹੜੇ ਨੇ ਉਹਨਾਂ ਨੂੰ ਪੁਲਿਸ ਨੇ ਕਿਡਨੈਪ ਕੀਤਾ, ਉਹਨਾਂ ਨੂੰ ਜਾ ਕੇ ਛਡਾਉਣਾ ਹੈ। ਮੇਰੇ ਫਾਦਰ ਦੀ ਸ਼ਹਾਦਤ ਨੂੰ ਅੱਜ 30 ਸਾਲ ਹੋ ਜਾਣੇ ਆ। ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ਸ਼ਾਇਦ 8 ਤੋਂ 9 ਸਾਲ ਦੀ ਉਮਰ ਦੀ ਸੀ, ਤੇ ਇਸ ਲਈ ਮੈਨੂੰ ਬਹੁਤ ਥੋੜੀਆਂ ਚੀਜ਼ਾਂ ਅੱਜ ਵੀ ਉਹਨਾਂ ਦੀਆਂ ਯਾਦ ਨੇ। ਤੇ ਜਿੰਨਾ ਕਿ ਮੈਨੂੰ ਯਾਦ ਹੈ ਕਿ ਉਹ ਬਹੁਤ ਹੀ ਪੋਲਿਟਿਕਸ ਐਂਡ ਹਿਊਮਨ ਰਾਈਟਸ ਦੀ ਐਕਟੀਵਿਟੀਜ਼ ਵਿੱਚ ਬਹੁਤ ਜ਼ਿਆਦਾ ਇਨਵੋਲਵਡ ਸੀਗੇ। ਇੱਕ ਜਿਹੜਾ ਫੈਕਟ ਹੈ ਔਰ ਬੜਾ ਕਹਿ ਲਓ ਕਿ ਅਨਨੋਨ ਫੈਕਟ ਹੈ ਮੇਰੇ ਪਿਤਾ ਜੀ ਬਾਰੇ ਕਿ ਔਰ ਸਾਨੂੰ ਵੀ ਇਹ ਉਹਨਾਂ ਦੇ ਭੋਗ 'ਤੇ ਪਤਾ ਲੱਗਿਆ ਡਿਟੇਲ ਦੇ ਵਿੱਚ ਕਿ ਤਕਰੀਬਨ 200 ਤੋਂ ਜ਼ਿਆਦਾ 250 ਦੇ ਕਰੀਬ ਜਿਹੜਾ ਸਿੱਖ ਨੌਜਵਾਨ ਹੁਸ਼ਿਆਰਪੁਰ ਡਿਸਟ੍ਰਿਕਟ, ਜਲੰਧਰ ਡਿਸਟ੍ਰਿਕਟ ਔਰ ਕਪੂਰਥਲਾ ਔਰ ਕੁਝ ਕੰਮ ਉਹਨਾਂ ਦਾ ਜਿਹੜਾ ਕਿ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਉਹਨਾਂ ਨੇ ਇਹਨਾਂ ਜ਼ਿਲ੍ਹਿਆਂ ਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 250 ਦੇ ਕਰੀਬ ਜਿਹੜੇ ਨੌਜਵਾਨ ਸਨ, ਉਹਨਾਂ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲੇ ਤੋਂ ਬਚਾਇਆ। ਔਰ ਜਦੋਂ ਉਹਨਾਂ ਦਾ ਭੋਗ ਸੀਗਾ ਮਾਡਲ ਟਾਊਨ ਜਲੰਧਰ ਜੋ ਗੁਰਦੁਆਰਾ ਸਾਹਿਬ ਹੈ ਉਹਦੇ ਵਿੱਚ, ਤਾਂ ਉੱਥੇ ਬਹੁਤ ਪਿੰਡਾਂ ਤੋਂ ਟਰਾਲੀਆਂ ਭਰ ਕੇ ਲੋਕਾਂ ਦੀਆਂ ਆ ਰਹੀਆਂ ਸਨ। ਸੋ ਇਹ ਚੀਜ਼ ਮੇਰੀ ਮਾਤਾ ਜੀ ਨੇ ਮੈਨੂੰ ਦੱਸੀ ਕਿ ਸਾਨੂੰ ਨਹੀਂ ਸੀ ਪਤਾ ਉਹ ਕੌਣ ਲੋਕ ਨੇ, ਪਰ ਹੌਲੀ ਹੌਲੀ ਉਹਨਾਂ ਤੋਂ ਜਦੋਂ ਗੱਲਬਾਤ ਹੁੰਦੀ ਰਹੀ, ਹੋਰ ਰਿਸ਼ਤੇਦਾਰਾਂ ਨੇ ਗੱਲਬਾਤ ਕੀਤੀ ਵੀ ਕਿੱਥੋਂ ਆਏ ਹੋ, ਕਿਸ ਤਰ੍ਹਾਂ ਆਏ ਹੋ, ਤਾਂ ਉਹ ਦੱਸਦੇ ਸੀਗੇ ਕਿ ਮੇਜਰ ਬਲਦੇਵ ਸਿੰਘ ਘੁੰਮਣ ਨੇ ਸਾਡੇ ਬੱਚਿਆਂ ਨੂੰ ਕਿਵੇਂ ਪੁਲਿਸ ਤੋਂ ਬਚਾਇਆ। ਸੋ ਜਦੋਂ ਅਸੀਂ ਅਖਬਾਰ ਦੇ ਵਿੱਚ ਉਹਨਾਂ ਦੀ ਭੋਗ ਦੀ ਔਰ ਉਹਨਾਂ ਦੀ ਸ਼ਹਾਦਤ ਦੀ ਖਬਰ ਪੜ੍ਹੀ, ਸੋ ਅਸੀਂ ਇਹ ਮਹਿਸੂਸ ਕੀਤਾ ਕਿ ਸਾਨੂੰ ਭੋਗ 'ਤੇ ਪਹੁੰਚਣਾ ਚਾਹੀਦਾ ਹੈ। ਔਰ ਇੱਕ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਤਕਰੀਬਨ ਇਹ ਜਿਹੜੇ 3 ਜ਼ਿਲ੍ਹੇ ਨੇ ਜਾਂ 4 ਜ਼ਿਲ੍ਹੇ ਨੇ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਔਰ ਗੁਰਦਾਸਪੁਰ, ਇਹਦੇ ਵਿੱਚ ਤਕਰੀਬਨ 200 ਦੇ ਕਰੀਬ ਜਿਹੜਾ ਸਿੱਖ ਬੱਚਾ ਉਸ ਵਕਤ ਨੌਜਵਾਨ ਸਿੱਖ ਉਸ ਨੂੰ ਪੁਲਿਸ ਹਿਰਾਸਤ ਵਿੱਚੋਂ ਇਹਨਾਂ ਨੇ ਛੁਡਾਇਆ। ਔਰ ਇਹੀ ਕਾਰਨ ਸੀ ਸ਼ਾਇਦ ਕਿਉਂਕਿ ਜਿਹੜੇ ਪੁਲਿਸ ਆਫਿਸਰ ਜੈਨੋਸਾਈਡਲ ਮਾਈਂਡਸੈਟ ਦੇ ਉਹ ਲੋਕ ਜਿਨ੍ਹਾਂ ਨੇ ਬਹੁਤ ਸਿੱਖ ਨੌਜਵਾਨਾਂ ਨੂੰ ਹੋਰਾਂ ਨੂੰ ਕਤਲ ਕਰਕੇ ਉਹਨਾਂ ਦੇ ਇਨਾਮ ਲੈਣੇ ਸੀ, ਉਹ ਨਹੀਂ ਸੀ ਲੈ ਪਾਉਂਦੇ। ਔਰ ਐਸੇ ਕਈ ਕੇਸ ਵੀ ਸਨ ਜਿੱਥੇ ਪਿਤਾ ਜੀ ਨੇ ਪੁਲਿਸ ਆਫਿਸਰਸ ਨੂੰ ਐਕਸਪੋਜ਼ ਵੀ ਕੀਤਾ ਕਿ ਇਹ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਔਰ ਮੀਡੀਆ ਦੇ ਸਾਹਮਣੇ ਜਾਂ ਪਬਲਿਕਲੀ ਉਹ ਗੱਲ ਨੂੰ ਸਾਹਮਣੇ ਲਿਆਉਣਾ। ਸੋ ਪੁਲਿਸ ਦੇ ਲਈ ਵੀ ਇਹ ਇੱਕ ਮੁਸੀਬਤ ਬਣ ਗਈ ਸੀਗੀ ਕਿ ਸਾਡਾ ਜਿਹੜਾ ਗਲਤ ਕੰਮ ਹੋ ਰਿਹਾ ਹੈ ਉਹ ਇਹ ਐਕਸਪੋਜ਼ ਕਰਦੇ ਨੇ। ਮੇਜਰ ਸਾਹਿਬ ਸਾਡੀ ਮਦਦ ਕਰੋ, ਮੇਜਰ ਸਾਹਿਬ ਮੇਰੇ ਮੁੰਡੇ ਨੂੰ ਕੋਈ ਪੁਲਿਸ ਵਾਲੇ ਚੱਕ ਕੇ ਲੈ ਗਏ। ਉਸ ਟਾਈਮ ਪੰਜਾਬ ਦਾ ਮਾਹੌਲ ਵੀ ਬਹੁਤ ਖਰਾਬ ਸੀਗਾ। ਸੋ ਉਹ ਇਹ ਸੀਗਾ ਕਿ ਪੁਲਿਸ ਮੁੰਡਿਆਂ ਨੂੰ ਚੱਕਦੀ ਸੀ, ਉਹਨਾਂ ਦੇ ਫੇਕ ਇਨਕਾਊਂਟਰ ਬਣਾਉਂਦੀ ਸੀ, ਤੇ ਮੇਰੇ ਫਾਦਰ ਉਸ ਟਾਈਮ ਉਹਨਾਂ ਫੇਕ ਇਨਕਾਊਂਟਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ। ਉਹ ਕੋਸ਼ਿਸ਼ ਕਰ ਰਹੇ ਸੀ ਉਹਨਾਂ ਲੋਕਾਂ ਦੀ ਹੈਲਪ ਕਰਨ ਦੀ ਜਿਨ੍ਹਾਂ ਦੇ ਮੁੰਡੇ ਚੱਕੇ ਗਏ ਨੇ, ਜਿਨ੍ਹਾਂ ਦੇ ਮੁੰਡੇ ਲਾਪਤਾ ਨੇ, ਜਿਨ੍ਹਾਂ ਦੇ ਮੁੰਡਿਆਂ ਨੂੰ ਆਲਰੇਡੀ ਇਨਕਾਊਂਟਰ 'ਚ ਖਤਮ ਕਰ ਦਿੱਤਾ ਗਿਆ ਹੈ, ਪਰ ਉਹਨਾਂ ਦੀਆਂ ਬੋਡੀਜ਼ ਵੀ ਨਹੀਂ ਮਿਲ ਰਹੀਆਂ। ਉਹਨਾਂ ਦੇ ਭੋਗਾਂ 'ਤੇ ਜਾ ਕੇ ਉਹਨਾਂ ਲੋਕਾਂ ਬਾਰੇ ਬੋਲਣਾ ਜੋ ਇਹ ਕੰਮ ਕਰ ਰਹੇ ਸੀ, ਔਰ ਸਰੇਆਮ ਬੋਲਦੇ ਸੀ। ਉਹ ਬਹੁਤ ਸਾਰੇ ਪੋਲੀਟੀਸ਼ੀਅਨ ਤੇ ਪੁਲਿਸ ਵਾਲੇ ਸੀ ਜਿਹੜੀ ਅੱਜ ਦੀ ਡੇਟ ਵਿੱਚ ਰਿਟਾਇਰ ਹੋ ਕੇ ਆਪਣੇ ਘਰਾਂ 'ਚ ਬੈਠੇ ਨੇ, ਆਪਣੇ ਮਹਿਲਾਂ ਵਿੱਚ ਬੈਠੇ ਆ, ਮੈਂ ਕਹਿ ਸਕਦੀ ਹਾਂ। ਘਰ ਤਾਂ ਕਾਹਦੇ,
ਕਿਉਂਕਿ ਉਹਨਾਂ ਨੇ ਤਾਂ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਆਪਣੇ ਘਰ ਖੜੇ ਕੀਤੇ ਨੇ। ਇੱਕ ਬੰਨੇ ਜਸਵੰਤ ਸਿੰਘ ਖਾਲੜਾ ਹੋਣੀ, ਉਹਨਾਂ ਦਾ ਬਹੁਤ ਵੱਡਾ ਕੰਮ ਹੈ ਔਰ ਉਹ ਡਾਕੂਮੈਂਟਡ ਕੰਮ ਹੈ। ਔਰ ਮੈਂ ਆਪਣੀ ਯਾਦਦਾਸ਼ਤ ਤੋਂ ਇੰਨੀ ਕੁ ਗੱਲ ਮੈਨੂੰ ਪਤਾ ਹੈ ਕਿ ਮੇਰੇ ਪਿਤਾ ਜੀ ਬਲਦੇਵ ਸਿੰਘ ਘੁੰਮਣ, ਜਸਵੰਤ ਸਿੰਘ ਖਾਲੜਾ ਔਰ ਮਹਿੰਦਰ ਸਿੰਘ ਚਹੇੜੂ, ਇਹ ਉਹ ਲੋਕ ਸਨ ਜਿਹੜੇ ਦਿਨ ਰਾਤ ਇੱਕ ਕਰਕੇ ਸਿੱਖ ਨੌਜਵਾਨਾਂ ਦੀਆਂ ਜਿਹੜੀਆਂ ਜਾਨਾਂ ਨੇ ਉਹ ਬਚਾਉਣ 'ਚ ਲੱਗੇ ਰਹਿੰਦੇ ਸਨ ਕਿ ਕਿਸੇ ਵੀ ਤਰ੍ਹਾਂ ਕਿਤੇ ਵੀ ਭਾਵੇਂ ਕੋਈ ਇੱਕ ਵੀ ਨੌਜਵਾਨ ਹੈ ਉਹ ਅਸੀਂ ਬਚਾ ਸਕੀਏ। ਔਰ ਇਹੀ ਕਾਰਨ ਬਣਿਆ ਕਿ ਜੂਨ ਦੇ ਵਿੱਚ ਮੇਰੇ ਪਿਤਾ ਜੀ ਮੇਜਰ ਬਲਦੇਵ ਸਿੰਘ ਘੁੰਮਣ, ਉਸ ਤੋਂ ਬਾਅਦ ਮਾਸਟਰ ਅਮਰੀਕ ਸਿੰਘ ਔਰ ਉਸ ਤੋਂ ਬਾਅਦ ਮਹਿੰਦਰ ਸਿੰਘ ਚਹੇੜੂ ਔਰ ਉਸ ਤੋਂ ਬਾਅਦ ਇੱਕ ਦੋ ਹੋਰ ਜਿਹੜੇ ਸਿੰਘ ਸਨ, ਉਹਨਾਂ ਦੇ ਉੱਤੇ ਜਿਹੜੇ ਕੈਟ ਸਨ ਉਹਨਾਂ ਨੇ ਹਮਲੇ ਕੀਤੇ ਔਰ ਉਹਨਾਂ ਦੇ ਵਿੱਚ ਮੇਰੇ ਪਿਤਾ ਜੀ ਔਰ ਮਹਿੰਦਰ ਸਿੰਘ ਚਹੇੜੂ ਉਹਨਾਂ ਦੀ ਸ਼ਹਾਦਤ ਹੋਈ। ਔਰ ਵੱਖ-ਵੱਖ ਇੰਸੀਡੈਂਟਸ ਦੇ ਵਿੱਚ, ਅਲੱਗ-ਅਲੱਗ ਇੰਸੀਡੈਂਟਸ ਦੇ ਵਿੱਚ ਔਰ ਹੋਰ ਕਈ ਇੰਸੀਡੈਂਟਸ ਦੇ ਵਿੱਚ ਜਿਹੜੇ ਪੋਲੀਟੀਕਲ ਐਕਟਿਵਿਸਟ ਔਰ ਜਿਹੜੇ ਹਿਊਮਨ ਰਾਈਟਸ ਐਕਟਿਵਿਸਟ ਸਨ ਉਹ ਫੱਟੜ ਵੀ ਹੋਏ। ਔਰ ਇਹ ਇੱਕ ਮਾਹੌਲ ਹੁੰਦਾ ਹੈ ਜਿੱਥੇ ਕਿ ਗੋਲੀ ਚੱਲਦੀ ਹੈ, ਤੁਸੀਂ ਆਰਮਡ ਆਦਮੀ ਦੇ ਨਾਲ ਲੜਦਾ ਔਰ ਪਰ ਇਹ ਇਹੋ ਜਿਹੀਆਂ ਚੀਜ਼ਾਂ ਨਹੀਂ ਸਨ। ਇਹ ਉਹ ਲੋਕ ਸਨ ਜਿਹੜੇ ਪੰਜਾਬ ਦੇ ਵਿੱਚ ਗ੍ਰਾਸ ਰੂਟ ਦੇ ਉੱਤੇ ਦਿਨ ਰਾਤ ਇੱਕ ਕਰਕੇ ਆਪਣਾ ਹਿਊਮਨ ਰਾਈਟਸ ਦਾ ਕੰਮ ਕਰਦੇ ਸਨ, ਜਿਹੜਾ ਪੋਲੀਟੀਕਲ ਐਕਟਿਵਿਜ਼ਮ ਉਹਦੀ ਗੱਲ ਕਰਦੇ ਸਨ, ਪਿੰਡ ਪਿੰਡ ਜਾ ਕੇ, ਸ਼ਹਿਰ ਸ਼ਹਿਰ ਜਾ ਕੇ ਜਿਹੜੀ ਪ੍ਰੋ ਸਿੱਖਿਜ਼ਮ ਪੋਲੀਟਿਕਸ ਪੰਜਾਬ ਦੀ ਉਹਦੀ ਗੱਲ ਕਰਦੇ ਸਨ। ਔਰ ਇਸ ਦਾ ਅਸਰ ਵੀ ਹੋ ਰਿਹਾ ਸੀਗਾ ਜਲੰਧਰ ਔਰ ਹੁਸ਼ਿਆਰਪੁਰ ਔਰ ਕਪੂਰਥਲਾ, ਗੁਰਦਾਸਪੁਰ। ਇੱਥੇ ਮੈਨੂੰ ਪਤਾ ਹੈ ਕਿ ਜਿਹੜਾ ਉਸ ਵਕਤ ਗ੍ਰਾਸ ਰੂਟ ਦੇ ਉੱਤੇ ਜਦੋਂ ਮੇਰੇ ਪਿਤਾ ਜੀ ਜਾ ਕੇ ਸਪੀਚਿਸ ਕਰਦੇ ਸਨ ਜਾਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿੱਚ, ਤਾਂ ਉਹਦਾ ਅਸਰ ਹੁੰਦਾ ਸੀ। ਉਹਦਾ ਅਸਰ ਜਿਹੜੀਆਂ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਵੀ ਵੇਖਣ ਨੂੰ ਮਿਲਿਆ। ਜਿਸ ਟਾਈਮ ਬੀਬੀ ਬਿਮਲ ਕੌਰ ਖਾਲਸਾ ਔਰ ਜਥੇਦਾਰ ਮੰਡ ਸਾਹਿਬ ਔਰ ਹਰਭਜਨ ਸਿੰਘ ਲਾਖਾ ਔਰ ਹੋਰ ਬਹੁਤ ਸਾਰੇ ਜਿਹੜੇ ਇਹ MP ਸਾਰੇ ਜਿੱਤ ਗਏ। ਔਰ ਇਸ ਤੋਂ ਸਾਫ਼ ਜ਼ਾਹਿਰ ਸੀ ਕਿ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਚੇਂਜ ਚਾਹੁੰਦੇ ਨੇ। ਪਰ ਇਹ ਚੀਜ਼ ਜਿਹੜਾ ਓਪਰੈਸਿਵ ਸਿਸਟਮ ਹੈ, ਜੈਨੋਸਾਈਡਲ ਮਾਈਂਡਸੈਟ ਸਿਸਟਮ ਹੈ, ਜਿਹੜਾ ਮਿਨੋਰਟੀਜ਼ ਨੂੰ ਓਪਰੈਸ ਕਰਨਾ ਚਾਹੁੰਦਾ ਹੈ ਭਾਰਤ ਦੇ ਵਿੱਚ, ਉਸ ਨੂੰ ਇਹ ਮਨਜ਼ੂਰ ਨਹੀਂ ਸੀ। ਔਰ ਉਸ ਸਿਲਸਿਲੇ ਦੇ ਵਿੱਚ 23 ਜੂਨ 1990 ਦੇ ਵਿੱਚ ਪਿਤਾ ਜੀ ਨੂੰ ਉਹਨਾਂ ਦੇ ਆ ਕੇ ਘਰੇ ਜਲੰਧਰ ਵਿੱਚ ਸ਼ਹੀਦ ਕਰ ਦਿੱਤਾ ਗਿਆ। ਸੋ ਅਸੀਂ ਸਿਰਫ ਇੱਕ ਬਹੁਤ ਹੀ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੇ ਜੋ 30 ਸਾਲ ਦੀ ਜਿਹੜੀ ਐਨੀਵਰਸਰੀ, ਸ਼ਹਾਦਤ ਦੀ ਐਨੀਵਰਸਰੀ ਹੈ 23 ਜੂਨ ਜੂਨ 23 2020 ਨੂੰ ਹੈ, ਉਹਦੇ ਸਿਲਸਿਲੇ ਦੇ ਵਿੱਚ ਇੱਕ ਛੋਟੀ ਜਿਹੀ ਵੀਡੀਓ ਤੁਹਾਡੇ ਤੱਕ ਅਸੀਂ ਲੈ ਕੇ ਆਏ ਹਾਂ ਤਾਂ ਕਿ ਉਹਨਾਂ ਨੂੰ ਯਾਦ ਕਰ ਸਕੀਏ। ਜੇ ਤੁਸੀਂ ਉਹਨਾਂ ਨੂੰ ਜਾਣਦੇ ਸੀ ਜਾਂ ਤੁਸੀਂ ਉਹਨਾਂ ਦੇ ਨਾਲ ਸਮਾਂ ਬਿਤਾਇਆ ਤਾਂ ਤੁਸੀਂ ਪਲੀਜ਼ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਕਿ ਅਸੀਂ ਉਸ ਐਕਸਪੀਰੀਅੰਸਿਸ ਨੂੰ ਡਾਕੂਮੈਂਟ ਕਰ ਸਕੀਏ।